ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਦੇ ਸਾਰੇ ਹੀ ਸਬਸਕ੍ਰਾਈਬਰਸ ਨੂੰ ਸਾਲ 2024 ਯਾਨੀ ਕਿ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜਿਆਂ ਭਰਿਆ ਸਾਲ ਰਹੇ। ਤੁਸੀਂ ਤੁਹਾਡੇ ਪਰਿਵਾਰ ਦੇ ਵਿੱਚ ਸੁੱਖ ਸਮਰਿੱਧੀ ਹੋਵੇ। ਆਪਣੇ ਵਤਨ, ਆਪਣੀ ਕੌਮ, ਆਪਣੇ ਮੁਲਕ, ਆਪਣੇ ਸਮਾਜ ਲਈ ਚੰਗਾ ਕੰਮ ਕਰੋ, ਆਪਣਾ ਕਰਮ ਕਰੋ। ਇਸੇ ਸੁਨੇਹੇ ਦੇ ਨਾਲ ਆਪਾਂ ਵੀ ਆਪਣਾ ਕਰਮ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਇਸ ਸਾਲ ਦੀ ਇਸ ਪਹਿਲੀ ਰਿਪੋਰਟ ਦੀ, ਜੋ ਕਿ ਆਧਾਰਿਤ ਰਹੇਗੀ ਕੈਨੇਡਾ ਦੇ ਵਿੱਚ ਇਸ ਵਕਤ ਜੋ ਉਤਪਾਤ ਉਹਨਾਂ ਗੈਂਗਸਟਰ ਤੇ ਉਹਨਾਂ ਕ੍ਰਿਮੀਨਲਸ ਨੇ, ਜੋ ਕਿ ਭਾਰਤੀ ਮੂਲ ਦੇ, ਪੰਜਾਬੀ ਤੇ ਹਰਿਆਣਵੀ ਮੂਲ ਦੇ ਹੈਗੇ ਨੇ, ਉਹਨਾਂ ਨੇ ਮਚਾ ਰੱਖਿਆ ਹੈ। ਉਸ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਦੇ ਪੂਰਬੀ ਛੋਰ ਦਾ ਇੱਕ ਜਿਹੜਾ ਪ੍ਰੋਵਿੰਸ ਹੈ ਓਨਟਾਰੀਓ, ਉੱਥੋਂ ਦਾ ਗ੍ਰੇਟਰ ਟੋਰਾਂਟੋ ਏਰੀਆ, ਪੀਲ ਰੀਜਨਲ ਪੁਲਿਸ ਨੇ ਇੱਕ ਐਕਸਟੋਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਬਣਾਤੀ ਹੈ। ਇਹ ਟਾਸਕ ਫੋਰਸ ਅੱਜ ਤੋਂ 10 ਦਿਨ ਪਹਿਲਾਂ ਬਣੀ ਹੈ, ਕਿਉਂਕਿ ਜਿਸ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਕਾਰੋਬਾਰੀਆਂ ਨੂੰ ਰੰਗਦਾਰੀ ਦੀ, ਐਕਸਟੋਰਸ਼ਨ ਦੀ, ਪ੍ਰੋਟੈਕਸ਼ਨ ਮਨੀ ਦੀ ਵਸੂਲੀ ਲਈ ਕਾਲਸ ਆ ਰਹੀਆਂ ਸਨ, ਉਸ ਤੋਂ ਬਾਅਦ ਹੁਣ ਕੈਨੇਡੀਅਨ ਅਥਾਰਟੀਜ਼ ਨੂੰ ਮਜਬੂਰ ਹੋਣਾ ਪਿਆ ਹੈ ਇੱਕ ਵੱਖਰੀ ਟਾਸਕ ਫੋਰਸ ਬਣਾਉਣ ਲਈ। ਆਪਾਂ ਭਾਰਤ ਦੇ ਵਿੱਚ ਪੰਜਾਬ, ਦਿੱਲੀ, ਹਰਿਆਣਾ, ਅਲੱਗ-ਅਲੱਗ ਰਾਜਾਂ ਦੇ ਵਿੱਚ ਇਹਨਾਂ ਗੈਂਗਸਟਰਾਂ ਤੋਂ ਪਰੇਸ਼ਾਨ ਹੋ ਕੇ ਅਥਾਰਟੀਜ਼ ਨੂੰ ਗੈਂਗਸਟਰ ਟਾਸਕ ਫੋਰਸਾਂ ਬਣਾਉਣ ਦੀ ਲੋੜ ਨੂੰ ਪਹਿਲਾਂ ਵੀ ਐਗਜ਼ਾਮਿਨ ਕੀਤਾ ਹੈ, ਲੇਕਿਨ ਕੈਨੇਡੀਅਨ ਅਥਾਰਟੀਜ਼ ਨੂੰ ਹੁਣ ਵਿਸ਼ੇਸ਼ ਤੌਰ ਤੇ ਭਾਰਤੀ ਮੂਲ ਦੇ ਇਹਨਾਂ ਕ੍ਰਿਮੀਨਲਸ ਵੱਲੋਂ ਕਰਵਾਈਆਂ ਜਾ ਰਹੀਆਂ ਇਹਨਾਂ ਉਗਾਹੀਆਂ ਦੀ ਪੜਤਾਲ ਲਈ ਇਸ ਐਕਸਟੋਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਦੀ ਲੋੜ ਪੈਣਾ ਕਮਿਊਨਿਟੀ ਲਈ ਇੱਕ ਬਹੁਤ ਹੀ ਮਾੜੀ ਖਬਰ ਹੈ, ਕਿਉਂਕਿ ਭਾਰਤੀ ਮੂਲ ਦੇ ਉਹ ਲੋਕ ਜੋ ਕਿ ਕੈਨੇਡਾ ਜਾਂ ਹੋਰ ਪੱਛਮੀ ਮੁਲਕਾਂ ਦੇ ਵਿੱਚ ਬਿਹਤਰ ਭਵਿੱਖ ਬਣਾਉਣ ਲਈ ਜਾਂਦੇ ਨੇ, ਉਹਨਾਂ ਦੇ ਉੱਤੇ ਧੱਬਾ ਹੈਗੇ ਨੇ ਇਹ ਸਾਰੇ ਦੇ ਸਾਰੇ ਕ੍ਰਿਮੀਨਲ ਅਨਸਰ, ਜਿਨ੍ਹਾਂ ਦਾ ਦਾਇਰਾ ਲਗਾਤਾਰ ਪਿਛਲੇ ਕਈ ਸਾਲਾਂ ਜਾਂ ਕੁਝ ਮਹੀਨਿਆਂ ਦੌਰਾਨ ਤਾਂ ਬਹੁਤ ਹੀ ਤੇਜ਼ੀ ਦੇ ਨਾਲ ਵਧਿਆ ਹੈ। ਉਹ ਜਿਹੜਾ ਗ੍ਰਾਫ ਹੈ ਅਪਰਾਧ ਦਾ ਗ੍ਰਾਫ, ਜਿਸ ਤਹਿਤ ਕਾਰੋਬਾਰੀਆਂ ਦੇ ਘਰਾਂ ਦੇ, ਉਹਨਾਂ ਦੇ ਬਿਜ਼ਨੈਸਿਸ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ ਨੇ, ਉਹਨਾਂ ਨੂੰ ਧਮਕਾਉਣ ਲਈ, ਉਹਨਾਂ ਨੂੰ ਡਰਾਉਣ ਲਈ ਤੇ ਮਜਬੂਰ ਕਰਨ ਲਈ ਤਾਂ ਕਿ ਉਹ ਐਕਸਟੋਰਸ਼ਨ ਮਨੀ ਦੇਣ, ਪ੍ਰੋਟੈਕਸ਼ਨ ਮਨੀ ਦੇਣ, ਉਸ ਗ੍ਰਾਫ ਦੇ ਵਿੱਚ ਨਿਰੰਤਰ ਵਾਧਾ ਹੋਇਆ ਹੈ। ਇਸ ਵਕਤ ਜਦੋਂ ਇਸ ਨਵੇਂ ਸਾਲ ਦੇ ਮੌਕੇ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਪਿਆ ਹਾਂ, ਡਿਸਪਾਈਟ ਦਾ ਫੈਕਟ ਕਿ 10 ਦਿਨ ਹੋ ਗਏ ਨੇ ਤੇ ਐਕਸਟੋਰਸ਼ਨ ਟਾਸਕ ਫੋਰਸ ਨੇ ਓਵਰਨਾਈਟ ਕੋਈ ਨਤੀਜੇ ਨਹੀਂ ਲੈ ਕੇ ਆਣੇ। ਮੈਂ ਅੱਜ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਉਹਨਾਂ ਵੱਲੋਂ ਕੀ ਕਾਰਵਾਈਆਂ ਅਜੇ ਤੱਕ ਕੀਤੀਆਂ ਗਈਆਂ ਨੇ, ਕਿੰਨੀ ਕੁ ਗ੍ਰਿਫਤਾਰੀਆਂ ਇਹਨਾਂ ਕ੍ਰਿਮੀਨਲ ਅਨਸਰਾਂ ਦੀਆਂ ਹੋਈਆਂ ਨੇ। ਲੇਕਿਨ ਮੈਂ ਦੱਸਦਾ ਕਿ ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਬਰੈਂਪਟਨ ਦੇ ਹੀ ਇਲਾਕੇ ਦੇ ਇੱਕ ਕਾਰੋਬਾਰੀ ਦ ਸਵੀਟ ਮਾਸਟਰ ਦੇ ਕਾਰੋਬਾਰ ਦੇ ਬਾਹਰ, ਉਹਨਾਂ ਦੇ ਬਿਜ਼ਨਸ ਯੂਨਿਟ ਦੇ ਬਾਹਰ ਗੋਲੀਆਂ ਚੱਲੀਆਂ ਨੇ। ਮੈਂ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗਾ, ਕਿਉਂਕਿ ਮੇਰੇ ਕੁਝ ਸਬਸਕ੍ਰਾਈਬਰਸ ਵੱਲੋਂ ਜੋ ਕਿ ਉਸ ਇਲਾਕੇ ਤੋਂ ਗੁਜ਼ਰ ਰਹੇ ਸਨ, ਉਹਨਾਂ ਨੇ ਤਸਵੀਰ ਖਿੱਚੀ ਜਿੱਥੇ ਕਿ ਪੁਲਿਸ ਦੀ ਜਿਹੜੀ ਯੈਲੋ ਟੇਪ ਹੁੰਦੀ ਹੈ, ਯੈਲੋ ਲਾਈਨ ਜਿਸ ਨੂੰ ਕਿਹਾ ਜਾਂਦਾ ਹੈ, ਉਹ ਲੱਗੀ ਹੋਈ ਹੈ। ਇਹ ਤਸਵੀਰ ਹੁਣ ਤੋਂ ਕੁਝ ਘੰਟੇ ਪਹਿਲਾਂ ਦੀ ਹੈ ਤੇ ਇਹ ਮੀਡੀਆ ਦੇ ਵਿੱਚ ਰਿਪੋਰਟ ਅਜੇ ਤੱਕ ਨਸ਼ਰ ਨਹੀਂ ਹੋਈ ਹੈ। ਪੋਸੀਬਲੀ ਇਸ ਕਾਰੋਬਾਰੀ ਤੋਂ ਵੀ ਕੋਈ ਉਗਾਹੀ ਦੀ ਮੰਗ ਕੀਤੀ ਗਈ ਹੋ ਸਕਦੀ ਹੈ। ਦ ਸਵੀਟ ਮਾਸਟਰ ਇੱਕ ਕਾਫੀ ਚਰਚਿਤ ਉੱਥੋਂ ਦਾ ਅਰਾਰਾ ਹੈ, ਸ਼ਾਇਦ ਇਸ ਤੇ ਕੁਝ ਹੋਰ ਵੀ ਯੂਨਿਟਸ ਇਕਾਈਆਂ ਹੋਣਗੇ, ਲੇਕਿਨ ਬਰੈਂਪਟਨ ਦਾ ਇਹ ਜਿਹੜਾ ਆਊਟਲੈਟ ਹੈ ਕਾਫੀ ਮਸ਼ਹੂਰ ਹੈ। ਜਿੰਨੀ ਕਿ ਮੈਂ ਇੰਟਰਨੈਟ ਉੱਤੇ ਸਮਝ ਹਾਸਲ ਕਰ ਪਾਇਆ, ਇੱਕ ਜਸਦੀਪ ਸਿੰਘ ਚਾਵਲਾ ਨਾਂ ਦੇ ਕਾਰੋਬਾਰੀ ਹੈਗੇ ਨੇ ਜੋ ਕਿ ਇਸ ਕੰਪਨੀ ਨੂੰ ਰਨ ਕਰਦੇ ਨੇ। ਇਸ ਤੋਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਮੈਨੂੰ ਇਸ ਬਾਰੇ, ਇਸ ਮੁੱਦੇ ਉੱਤੇ ਜਦੋਂ ਆਪਾਂ ਰਿਪੋਰਟਿੰਗ ਕਰਦੇ ਪਏ ਸੀ, ਉਸ ਵਕਤ ਇਹ ਹਿੰਟ ਮਿਲਿਆ ਸੀ ਕਿ ਕਾਰ ਡੀਲਰਸ ਤੇ ਆਟੋਮੋਬਾਈਲ ਡੀਲਰਸ ਤੋਂ ਬਾਅਦ ਹੁਣ ਅਗਲੇ ਜਿਹੜੇ ਨਿਸ਼ਾਨੇ ਤੇ ਕਾਰੋਬਾਰੀ ਹੈਗੇ ਨੇ ਉਹ ਕੁਝ ਰੈਸਟੋਰਾਂ ਦੇ ਮਾਲਕ ਹੋਣਗੇ ਜਾਂ ਕੁਝ ਅਜਿਹੀਆਂ ਦੁਕਾਨਾਂ ਦੇ ਮਾਲਕ ਹੋ ਸਕਦੇ ਨੇ। ਤੇ ਇਹ ਗੱਲ ਉਹ ਇਨਪੁਟ ਜੋ ਕਿ ਮੈਨੂੰ ਮਿਲੀ ਸੀ, ਜਿਸ ਨੂੰ ਮੈਂ ਸਾਂਝਾ ਨਹੀਂ ਕਰ ਪਾਇਆ, ਉਸ ਦੇ ਨਾਲ ਰਲਦੀ ਹੈ। ਹੁਣ ਤੋਂ ਕੁਝ ਘੰਟੇ ਪਹਿਲਾਂ ਹੋਈ ਇਸ ਵਾਰਦਾਤ ਤੇ ਇਸ ਘਟਨਾ ਦਾ ਸਿੱਧਾ ਮਤਲਬ ਇਹ ਹੈ ਕਿ ਡਿਸਪਾਈਟ ਦਾ ਫੈਕਟ ਕਿ ਪੀਲ ਰੀਜਨਲ ਪੁਲਿਸ ਨੇ ਇੱਕ ਐਕਸਟੋਰਸ਼ਨ ਟਾਸਕ ਫੋਰਸ ਬਣਾ ਕੇ ਧਰਪਕੜ ਸ਼ੁਰੂ ਕਰਤੀ ਹੈ, ਕ੍ਰਿਮੀਨਲ ਅਨਸਰਾਂ ਦੀ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਤੇ ਜੋ ਮੇਰੀ ਇਸ ਵਕਤ ਦੀ ਜਾਣਕਾਰੀ ਹੈ, ਅੱਧੇ ਦਰਜਨ ਤੋਂ ਵੱਧ ਅਜਿਹੇ ਕ੍ਰਿਮੀਨਲ ਅਨਸਰ ਗ੍ਰਿਫਤਾਰ ਨੇ, ਲੇਕਿਨ ਖੁਲਾਸੇ ਜਿਹੜੇ ਉਹਨਾਂ ਵਾਲੇ, ਜਿਵੇਂ ਕਿ ਕੈਨੇਡਾ ਦਾ ਇੱਕ ਸਿਸਟਮ ਹੈ, ਜਦ ਉਹਨਾਂ ਦੇ ਖਿਲਾਫ ਚਾਰजेस ਲਏ ਹੋਣਗੇ, ਪ੍ਰੋਸੀਕਿਊਸ਼ਨ ਵੱਲੋਂ ਇਸ ਚੀਜ਼ ਦੀ ਹਰੀ ਝੰਡੀ ਦੇ ਦਿੱਤੀ ਜਾਏਗੀ ਕਿ ਇਹਨਾਂ ਨੂੰ ਤੁਸੀਂ ਚਾਰਜ ਕਰ ਸਕਦੇ ਹੋ, ਉਸੇ ਵਕਤ ਉਹਨਾਂ ਦੀ ਗ੍ਰਿਫਤਾਰੀ ਬਾਰੇ ਸਾਰੀ ਸੂਚਨਾ ਜਿਹੜੀ ਹੈ ਉਹ ਜਨਤਕ ਕੀਤੀ ਜਾਏਗੀ, ਪਬਲਿਕ ਕੀਤੀ ਜਾਏਗੀ। ਸੋ ਉਸ ਤੋਂ ਪਹਿਲਾਂ ਇੱਕ ਜਾਣਕਾਰੀ ਪਬਲਿਕ ਨਹੀਂ ਕਰਦੇ, ਲੇਕਿਨ ਇਹ ਦੱਸ ਦਈਏ ਕਿ ਇਸ ਰੁਝਾਨ ਦਾ ਨਾ ਰੁਕਣਾ, ਇਸ ਟ੍ਰੈਂਡ ਦਾ ਨਾ ਰੁਕਣਾ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਨਾ ਸਿਰਫ ਅਪਰਾਧਿਕ ਅਨਸਰ ਭਾਰਤ ਤੋਂ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਦੇ ਜਿਹੜੇ ਕ੍ਰਿਮੀਨਲ ਨਾਰਥ ਅਮਰੀਕਾ ਦੇ ਵਿੱਚ ਆ ਚੁੱਕੇ ਨੇ, ਬਲਕਿ ਹੁਣ ਇੱਥੇ ਵੀ ਉਹ ਆਪਣੇ ਸਰਕਟ ਚਲਾ ਰਹੇ ਨੇ। ਕੁਝ ਦਿਨ ਪਹਿਲਾਂ ਆਪਾਂ ਗੱਲ ਕੀਤੀ, ਸੀਰੀਜ਼ ਲੜੀ ਜੁੜਦੀ ਜਾ ਰਹੀ ਹੈ। ਐਂਡੀ ਤੁੱਗਾ ਦੇ ਬਿਜ਼ਨਸ ਦੇ ਬਾਹਰ ਫਾਇਰਿੰਗ ਹੁੰਦੀ ਹੈ, ਉਸ ਤੋਂ ਪਹਿਲਾਂ ਇਨਫੈਕਟ ਬਾਈਜੀ ਮੋਟਰਸ ਦੇ ਬਾਹਰ ਫਾਇਰਿੰਗ ਹੁੰਦੀ ਹੈ, ਨਵਾਬ ਮੋਟਰ ਦੇ ਬਾਹਰ ਫਾਇਰਿੰਗ ਹੁੰਦੀ ਹੈ। ਨਾਰਥ ਅਮਰੀਕਾ ਦੇ ਵਿੱਚ ਆਪਾਂ ਕੁਝ ਘਟਨਾਵਾਂ ਸੁਣੀਆਂ। ਈਵਨ ਦੂਸਰੇ ਪਾਸੇ ਇਹ ਪੂਰਬੀ ਛੋਰ ਯਾਨੀ ਕਿ ਓਨਟਾਰੀਓ ਦੀ ਆਪਾਂ ਗੱਲ ਕਰਦੇ ਪਏ ਹਾਂ, ਲੇਕਿਨ ਪੱਛਮੀ ਛੋਰ ਜੇ ਆਪਾਂ ਬ੍ਰਿਟਿਸ਼ ਕੋਲੰਬੀਆ, ਜਿੱਥੇ ਕਿ ਮੈਂ ਇਹਨਾਂ ਦਿਨਾਂ ਉਹਦੀ ਗੱਲ ਕਰ ਲਈਏ, ਬੀਤੇ ਹਫ਼ਤੇ 27 ਦਸੰਬਰ ਨੂੰ ਜਿਹੜੀ ਗੋਲੀ ਚੱਲਦੀ ਹੈ
ਜੋ ਕਿ ਇੱਥੋਂ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਜੋ ਕਿ ਸਤੀਸ਼ ਕੁਮਾਰ ਹੈਗੇ ਨੇ, ਉਹਨਾਂ ਦੇ ਬੇਟੇ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਕੁਝ ਅਣਪਛਾਤੇ ਅਨਸਰਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਵੇਰਵੇ ਜਾਰੀ ਕੀਤੇ। ਇਸ ਗੋਲੀਬਾਰੀ ਦੀ ਘਟਨਾ ਬਾਰੇ ਆਰਸੀਐਮਪੀ ਨੇ ਕੁਝ ਸੀਮਤ ਵੇਰਵੇ ਜਾਰੀ ਕੀਤੇ, ਲੇਕਿਨ ਕਿਹੜੇ ਲੋਕਾਂ ਨੇ ਗੋਲੀ ਚਲਾਈ, ਕੀ ਮਕਸਦ ਸੀ, ਇਸ ਦੇ ਪਿੱਛੇ ਦੀ ਕਹਾਣੀ ਦੇ ਬਾਰੇ ਕੋਈ ਗੱਲਬਾਤ ਖੁੱਲ ਕੇ ਨਹੀਂ ਦੱਸੀ ਗਈ। ਧਾਰਮਿਕ ਰੰਗਤ ਇਸ ਘਟਨਾ ਨੂੰ ਦੇਣ ਦੀ ਭਾਰਤੀ ਮੀਡੀਆ ਦੇ ਵਿੱਚ ਕੋਸ਼ਿਸ਼ ਕੀਤੀ ਗਈ। ਮੰਦਿਰ ਪ੍ਰਧਾਨ ਸਤੀਸ਼ ਕੁਮਾਰ ਨੇ ਇਹ ਡਿਨਾਈ ਕੀਤਾ ਕਿ ਇਹ ਅਜਿਹੀ ਘਟਨਾ ਨਹੀਂ ਹੈ ਤੇ ਫਿਲਹਾਲ ਜਦ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਤਦ ਤੱਕ ਕੋਈ ਵੀ ਸਿੱਟਾ ਮੀਡੀਆ ਨਾ ਕੱਢੇ, ਕਿਸੇ ਕਿਸਮ ਦੇ ਕਿਆਸ ਨਾ ਲਾਏ ਜਾਣ। ਹੁਣ ਇੱਕ ਹੋਰ ਜਿਹੜਾ ਨਵਾਂ ਰੁਝਾਨ, ਇੱਥੇ ਹੋਰ ਵੀ ਕਈ ਅਜਿਹੇ ਕਾਰੋਬਾਰੀ ਨੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਸਿਕਿਉਰਿਟੀ ਕੁਝ ਦਿਨ ਪਹਿਲਾਂ ਨਜ਼ਰ ਆਈ ਹੈ। ਪੂਰਬੀ ਛੋਰ ਤੋਂ ਲੈ ਕੇ ਪੱਛਮੀ ਛੋਰ ਯਾਨੀ ਕਿ ਕੋਸਟ ਟੂ ਕੋਸਟ ਇਹ ਜਿਹੜਾ ਰੁਝਾਨ ਕਾਰੋਬਾਰੀਆਂ ਨੂੰ ਧਮਕੀਆਂ ਉਗਾਹੀਆਂ ਦੀ ਵਸੂਲੀ ਲਈ, ਰੰਗਦਾਰੀ, ਐਕਸਟੋਰਸ਼ਨ, ਪ੍ਰੋਟੈਕਸ਼ਨ ਮਨੀ ਦੀ ਵਸੂਲੀ ਲਈ ਜਿਹੜੀਆਂ ਧਮਕੀਆਂ ਲਾਈਆਂ ਜਾ ਰਹੀਆਂ ਨੇ, ਉਸ ਦੇ ਵਿੱਚ ਇੱਕ ਨਵਾਂ ਟ੍ਰੈਂਡ ਹੈ। ਉਹ ਹੈ ਕਿ ਪਹਿਲਾਂ ਹੀ ਕਿਸੇ ਦੇ ਬਿਜ਼ਨਸ ਦੇ ਬਾਹਰ ਜਾਂ ਘਰ ਦੇ ਬਾਹਰ ਗੋਲੀਆਂ ਚਲਵਾ ਦਿਓ, ਉਸ ਤੋਂ ਬਾਅਦ ਉਸ ਨੂੰ ਕਾਲਾਂ ਵੀ ਲੱਗ ਰਹੀਆਂ ਨੇ। ਇਸ ਤਰੀਕੇ ਦਾ ਵੀ ਇੱਕ ਚਿੰਤਾਜਨਕ ਰੁਝਾਨ ਵੇਖਣ ਦੇ ਵਿੱਚ ਮਿਲਦਾ ਪਿਆ ਹੈ। ਕਈ ਅਜਿਹੇ ਕਾਰੋਬਾਰੀ ਹੈਗੇ ਨੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਇਸ ਵਕਤ ਸਿਕਿਉਰਿਟੀ ਵਗੈਰਾ ਦੀ ਵੀ ਤੈਨਾਤੀ, ਉਹਨਾਂ ਦੀ ਮੂਵਮੈਂਟ ਵੀ ਦੇਖੀ ਗਈ ਹੈ। ਹਾਲਾਂਕਿ ਕੈਨੇਡਾ ਦੇ ਵਿੱਚ ਇਸ ਤਰੀਕੇ ਦੀ ਬੰਦੋਬਸਤ ਜਾਂ ਸੁਰੱਖਿਆ ਦੇਣ ਦਾ ਕੋਈ ਵੱਡਾ ਰਿਵਾਜ ਜਾਂ ਟ੍ਰੈਂਡ ਨਹੀਂ ਹੈ। ਇੱਕ ਬਹੁਤ ਹੀ ਸੀਮਿਤ ਪੱਧਰ ਉੱਤੇ ਗਾਰਡ ਕੀਤਾ ਜਾ ਸਕਦਾ ਹੈ, ਸਿਕਿਉਰਿਟੀ ਮੁਹੱਈਆ ਕਰਵਾਈ ਜਾ ਸਕਦੀ ਹੈ। ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ ਉਸ ਐਕਸਟੋਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਜਿਸ ਨੂੰ ਇੱਕ ਮਜਬੂਰੀ ਤਹਿਤ ਕੈਨੇਡੀਅਨ ਅਥਾਰਟੀਜ਼ ਨੂੰ ਬਣਾਉਣਾ ਪਿਆ ਹੈ। ਹਾਲਾਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰੇ ਕੈਨੇਡਾ ਦੇ ਵਿੱਚ ਕੌਮੀ ਪੱਧਰ ਉੱਤੇ ਕੋਈ ਇਸ ਤਰੀਕੇ ਦੀ ਆਪਸ ਦੀ ਕੋਆਰਡੀਨੇਸ਼ਨ ਹੈ, ਕਿਉਂਕਿ ਜੇ ਆਪਾਂ ਇਹਨਾਂ ਰਾਜਾਂ ਯਾਨੀ ਕਿ ਬਰੈਂਪਟਨ ਦੀ ਗੱਲ ਕਰ ਲਈਏ, ਬਰੈਂਪਟਨ ਵਾਲੇ ਪਾਸੇ ਇੱਕ ਵੱਖਰੀ ਟਾਸਕ ਫੋਰਸ ਬਣ ਚੁੱਕੀ ਹੈ, ਲੇਕਿਨ ਇੱਧਰ ਬ੍ਰਿਟਿਸ਼ ਕੋਲੰਬੀਆ ਵਾਲੇ ਪਾਸੇ ਸਰੀ ਪੁਲਿਸ, ਐਬਟਸਫੋਰਡ ਪੁਲਿਸ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਕੰਮ ਕਰਦੇ ਪਏ ਨੇ। ਤੇ ਜਿਵੇਂ ਟ੍ਰੈਂਡ ਇਹ ਰੁਝਾਨ ਅੱਗੇ ਵੱਧ ਰਿਹਾ, ਜੋ ਇਸ ਦੀ ਡਾਇਮੈਂਸ਼ਨਸ ਤੇ ਸੀਰੀਅਸਨੈਸ ਪਿਛਲੇ ਕੁਝ ਹਫ਼ਤਿਆਂ ਦੌਰਾਨ ਵਧੀ ਹੈ। ਇਨਫੈਕਟ ਦਸੰਬਰ ਦਾ ਪੂਰਾ ਮਹੀਨਾ ਇੱਕ ਸਡਨ ਸਪਾਈਕ ਹੋਇਆ ਹੈ ਇਸ ਤਰੀਕੇ ਦੀਆਂ ਵਾਰਦਾਤਾਂ ਤੇ ਘਟਨਾਵਾਂ ਜਾਂ ਜਿਹੜੀਆਂ ਸ਼ਿਕਾਇਤਾਂ ਪੁਲਿਸ ਨੂੰ ਮਿਲ ਰਹੀਆਂ ਹੋਣਗੀਆਂ, ਜਿਨ੍ਹਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ। ਆਪਾਂ ਤਾਂ ਉਹੀ ਗੱਲਾਂ ਬਾਤਾਂ ਕਰ ਰਹੇ ਜੋ ਕਿ ਵਾਰਦਾਤਾਂ ਦੀ ਸ਼ਕਲ ਦੇ ਵਿੱਚ ਸਾਹਮਣੇ ਆ ਜਾਂਦੀਆਂ ਨੇ। ਕੁਝ ਵੀਡੀਓਜ਼ ਜਿਹੜੀ ਕਿ ਹੈਰੀ ਚੱਠੇ ਦੇ ਜਿਹੜੇ ਗੈਂਗ ਨੇ ਗੋਲੀਆਂ ਚਲਵਾਈਆਂ ਸੀ, ਉਹ ਆਪਾਂ ਕੁਝ ਦਿਨ ਪਹਿਲਾਂ ਤੁਹਾਨੂੰ ਦਿਖਾਈ ਵੀ ਸੀ, ਉਸ ਦੀ ਤਸਵੀਰਾਂ ਕੁਝ ਦਿਖਾਈਆਂ ਸੀ। ਲੇਕਿਨ ਇਹਨਾਂ ਤੋਂ ਇਲਾਵਾ ਹੋਰ ਬਹੁਤ ਸੀ ਅਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਪਬਲਿਕ ਡੋਮੇਨ ਦੇ ਵਿੱਚ ਨਹੀਂ ਹੁੰਦਾ। ਬਹੁਤੇ ਮੌਕਿਆਂ ਦੇ ਉੱਤੇ ਕਾਰੋਬਾਰੀ ਅੰਦਰ ਖਾਤੇ ਪੋਸੀਬਲੀ ਕੁਝ ਅਮਾਉਂਟ ਇਸ ਤਰੀਕੇ ਦਾ ਐਕਸਟੋਰਸ਼ਨ ਅਮਾਉਂਟ ਦੇ ਵੀ ਦਿੰਦੇ ਨੇ ਤੇ ਬਹੁਤ ਸੇ ਕਾਰੋਬਾਰੀਆਂ ਵੱਲੋਂ ਸ਼ਿਕਾਇਤ ਵੀ ਕੀਤੀ ਜਾਂਦੀ ਹੈ। ਅੰਦਰ ਖਾਤੇ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਹੈ, ਲੇਕਿਨ ਇਸ ਦਾ ਇਹ ਵੀ ਮਤਲਬ ਨਾ ਲਾਇਆ ਜਾਵੇ ਕਿ ਇੱਥੋਂ ਦੀਆਂ ਸਰਕਾਰਾਂ, ਅਥਾਰਟੀਜ਼ ਤੇ ਪੁਲਿਸ ਮਹਿਕਮੇ ਕੁਝ ਕਰ ਨਹੀਂ ਰਹੇ ਨੇ। ਪੀਲ ਰੀਜਨਲ ਪੁਲਿਸ ਦੀ ਗੱਲ ਕਰਦੇ ਹਾਂ ਜੋ ਕਿ ਓਨਟਾਰੀਓ ਤੇ ਬਰੈਂਪਟਨ ਨੂੰ ਹੈਂਡਲ ਕਰਦੀ ਹੈ, ਉਸਨੇ ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਬਣਾਈ ਹੈ, ਉਸ ਵੱਲੋਂ ਇਸ ਵਕਤ ਤੱਕ ਮੇਰੀ ਜਾਣਕਾਰੀ ਦੇ ਮੁਤਾਬਕ ਤਕਰੀਬਨ ਅੱਧੇ ਦਰਜਨ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਸਾਨੂੰ ਯਾਦ ਹੋਏਗਾ ਕਿ ਐਂਡੀ ਧੁੱਗੇ ਦੇ ਜਿਹੜੇ ਮਿਲੇਨੀਅਮ ਟਾਇਰ ਦੇ ਬਿਜ਼ਨਸ ਦੇ ਬਾਹਰ ਜਿਹੜੀ ਗੋਲੀ ਚੱਲੀ, ਉਸ ਕੇਸ ਦੇ ਵਿੱਚ ਵਿਦਿਨ ਫਿਊ ਆਵਰਸ, ਇਨਫੈਕਟ ਆਵਰਸ ਵੀ ਨਹੀਂ ਕਹਿੰਦੇ, ਕੁਝ ਮਿੰਟਾਂ ਦੇ ਵਿੱਚ ਹੀ ਇਹ ਜਿਹੜਾ ਤਨਮਨਜੋਤ ਸਿੰਘ ਗਿੱਲ ਨਾਂ ਦਾ ਐਬਟਸਫੋਰਡ ਦਾ 23 ਸਾਲਾ ਨੌਜਵਾਨ ਸੀ ਤੇ ਇਸ ਦੇ ਨਾਲ ਇੱਕ ਹੋਰ ਅਣਪਛਾਤਾ ਵਿਅਕਤੀ ਆਇਆ ਸੀ, ਉਹ ਵੀ ਇੱਕ ਮੁੰਡਾ ਸੀਗਾ ਜਿਸ ਦਾ ਸਕੈਚ ਤੇ ਤਸਵੀਰ ਦਿਖਾਈ ਗਈ, ਜਾਰੀ ਕੀਤੀ ਗਈ, ਉਹ ਅਜੇ ਤੱਕ ਫੜਿਆ ਨਹੀਂ ਗਿਆ ਹੈ। ਇਹਨਾਂ ਨੂੰ ਨਾਲ ਦੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਹੀ ਪੁਲਿਸ ਨੇ ਇਸ ਤਰੀਕੇ ਦੇ ਨਾਲ ਘੇਰਾਬੰਦੀ ਉਸ ਇਲਾਕੇ ਦੀ ਕਰ ਰੱਖੀ ਸੀ। ਗੋਲੀਆਂ ਚੱਲਦੀਆਂ ਨੇ ਤੇ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਫੋਲੋ ਕਰਦੀ ਹੈ। ਇਹਨਾਂ ਨੇ ਕੋਸ਼ਿਸ਼ ਕੀਤੀ, ਤਨਮਨਜੋਤ ਗਿੱਲ ਤੇ ਉਸਦੇ ਸਾਥੀ ਨੇ, ਕਿ ਉਹ ਜਿਹੜੇ ਵੈਪਨ ਸੀ, 2 ਪਿਸਤੌਲਾਂ ਤੇ ਕਾਰਤੂਸ ਕੁਝ ਸਨ, ਉਹਨਾਂ ਨੂੰ ਆਪਣੀ ਗੱਡੀ ਤੋਂ ਬਾਹਰ ਸਿੱਟਤਾ। ਪੁਲਿਸ ਨੇ ਰਿਕਵਰ ਕਰ ਲਏ। ਉਹਨਾਂ ਦੀ ਤਸਵੀਰਾਂ ਵੀ ਆਪਾਂ ਆਪਣੀ ਪਿਛਲੀ ਰਿਪੋਰਟ ਵਿੱਚ ਦਿਖਾਈਆਂ ਸਨ। ਤਨਮਨਜੋਤ ਸਿੰਘ ਗਿੱਲ ਨੂੰ ਨਾਲ ਦੇ ਨਾਲ ਧਰ ਦਬੋਚ ਲਿਆ ਗਿਆ। ਇਸ ਤੋਂ ਇਲਾਵਾ ਦੱਸਦਾ ਕਿ ਹੋਰ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦਾ ਜ਼ਿਕਰ ਮੈਂ ਕੁਝ ਕਰ ਵੀ ਚੁੱਕਾ ਹਾਂ। ਕੁਝ ਹੋਰ ਜਿਹੜੇ ਵਪਾਰੀਆਂ ਤੇ ਕਾਰੋਬਾਰੀਆਂ ਦੇ ਬਿਜ਼ਨੈਸਿਸ ਦੇ ਬਾਹਰ ਗੋਲੀਆਂ ਚੱਲੀਆਂ, ਉਹਨਾਂ ਕੇਸਿਸ ਦੇ ਵਿੱਚੋਂ ਇੱਕ ਅਜਿਹਾ ਮਾਮਲਾ ਸੀ ਜਿਸ ਵਿੱਚ 5 ਹੋਰ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ। ਭਾਵੇਂ ਕਿ ਪੀਲ ਰੀਜਨਲ ਪੁਲਿਸ ਨੇ ਇਸ ਬਾਰੇ ਕੋਈ ਵੀ ਵੇਰਵਾ ਅਜੇ ਤੱਕ ਜਾਰੀ ਨਹੀਂ ਕੀਤਾ ਹੈ, ਲੇਕਿਨ ਰੀਸੈਂਟਲੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੀਲ ਰੀਜਨਲ ਪੁਲਿਸ ਤੋਂ ਪੱਤਰਕਾਰਾਂ ਵੱਲੋਂ ਜਦੋਂ ਸਵਾਲ ਪੁੱਛੇ ਗਏ, ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੁਝ ਹੋਰ ਅਰੈਸਟ ਕੀਤੇ ਨੇ। ਮੇਰੀ ਜਾਣਕਾਰੀ ਮੁਤਾਬਕ 5 ਅਜਿਹੇ ਨੌਜਵਾਨ ਹੈਗੇ ਨੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈ। ਇਹ ਜਿਹੜੀ ਵੀ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਹੋਈਆਂ, ਚਾਹੇ ਕੋਈ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਉੱਤੇ ਰੰਗਦਾਰੀਆਂ ਮੰਗ ਰਿਹਾ ਹੈ ਜਾਂ ਫਿਰ ਜੇ ਰੰਗਦਾਰੀਆਂ ਨਹੀਂ ਮਿਲ ਰਹੀਆਂ, ਐਕਸਟੋਰਸ਼ਨ ਮਨੀ ਨਹੀਂ ਮਿਲਦਾ, ਉਸ ਤੋਂ ਬਾਅਦ ਗੋਲੀਆਂ ਚਲਾਉਣ ਲਈ ਇੱਥੋਂ ਦੇ ਲੋਕਲ ਮੁੰਡਿਆਂ ਨੂੰ ਵਰਤਿਆ ਜਾਂਦਾ ਹੈ, ਜਿਵੇਂ ਤਨਮਨਜੋਤ ਸਿੰਘ ਗਿੱਲ। ਹੁਣ ਤਨਮਨਜੋਤ ਸਿੰਘ ਗਿੱਲ 23 ਸਾਲ ਦਾ ਐਬਟਸਫੋਰਡ ਦਾ ਰਹਿਣ ਵਾਲਾ ਹੈ। ਇੱਕ ਦਾ ਪਹਿਲਾ ਅਪਰਾਧਿਕ ਮਾਮਲਾ ਇਸ ਦੇ ਖਿਲਾਫ ਹੈ, ਲੇਕਿਨ ਦੱਸਿਆ ਜਾਂਦਾ ਕਿ ਅਦਾਲਤ ਦੇ ਵਿੱਚ ਇਸ ਨੂੰ ਆਸ ਜਾਂ ਉਮੀਦ ਇਹ ਸੀ ਕਿ ਇਹਨੂੰ ਜ਼ਮਾਨਤ ਮਿਲ ਜਾਏਗੀ ਤੇ ਯੂਜੂਅਲੀ ਇੱਥੋਂ ਦੇ ਕੇਸਾਂ ਦੇ ਵਿੱਚ ਜ਼ਮਾਨਤ ਮਿਲ ਵੀ ਜਾਂਦੀ ਹੈ, ਲੇਕਿਨ ਇਸ ਕੇਸ ਦੇ ਵਿੱਚ ਜੱਜ ਨੇ ਸਖਤੀ ਦਿਖਾਈ। ਤਨਮਨਜੋਤ ਸਿੰਘ ਗਿੱਲ ਹੁਣ ਸਲਾਖਾਂ ਦੇ ਪਿੱਛੇ ਹੈ। ਮੀਡੀਆ ਦੇ ਵਿੱਚ ਖਬਰਾਂ ਆਈਆਂ ਕਿ ਤਨਮਨਜੋਤ ਗਿੱਲ ਬਾਹਰ ਆ ਚੁੱਕਾ ਹੈ, ਕਿਉਂਕਿ ਇੱਥੇ ਰਿਪੀਟ ਆਫੈਂਡਰਸ ਦਾ ਜੇਲ੍ਹਾਂ ਚੋਂ ਬਾਹਰ ਆਉਣਾ ਇੱਕ ਕਾਮਨ ਗੱਲਬਾਤ ਹੈ, ਜਿਸ ਨੂੰ ਲੈ ਕੇ ਕੌਮੀ ਪੱਧਰ ਉੱਤੇ ਚਿੰਤਾਵਾਂ ਨੇ। ਫੈਡਰਲ ਸਰਕਾਰ ਨੇ ਕੁਝ ਕਾਨੂੰਨ ਵੀ ਸਖਤ ਕੀਤੇ ਨੇ
लेकिन इस वक्त की स्थिति यह है कि तनमनजोत गिल, जिसनों शायद पता भी नहीं होएगा कि कैनन फॉडर वांग ਜਿਹੜੇ ਭਾਰਤ ਦੀਆਂ ਜੇਲ੍ਹਾਂ ਤੋਂ ਲਾਰੈਂਸ ਬਿਸ਼ਨੋਈ ਵਰਗੇ ਜਾਂ ਫਿਰ ਉਹਨਾਂ ਦੇ ਨਾਲ ਦੇ ਗੋਲਡੀ ਬਰਾੜ ਵਰਗੇ, ਹੈਰੀ ਚੱਠੇ ਵਰਗੇ ਜਿਹੜੇ ਕ੍ਰਿਮੀਨਲ ਗੈਂਗਸਟਰ ਜੋ ਕਿ ਖੁਦ ਹੋਰ ਮੁਲਕਾਂ ਦੇ ਵਿੱਚੋਂ ਬੈਠ ਕੇ ਇਹਨਾਂ ਵਾਰਦਾਤਾਂ ਨੂੰ ਇਹਨਾਂ ਤੋਂ ਅੰਜਾਮ ਕਰਵਾ ਰਹੇ ਨੇ, ਅਖੀਰ ਦੇ ਵਿੱਚ ਪੁਲਿਸ ਦੇ ਕਾਬੂ ਇਹਨਾਂ ਨੇ ਹੀ ਸਭ ਤੋਂ ਪਹਿਲਾਂ ਚੜ੍ਹਨਾ ਹੁੰਦਾ ਹੈ। ਤਨਮਨਜੋਤ ਸਿੰਘ ਗਿੱਲ ਕੁਝ ਮਿੰਟਾਂ ਦੇ ਵਿੱਚ ਕਾਬੂ ਆ ਗਿਆ ਤੇ ਉਸ ਦਾ ਸਾਥੀ ਵੀ ਛੇਤੀ ਕਾਬੂ ਕਰ ਲਿਆ ਜਾਏਗਾ। ਹੋਰ ਜਿਹੜੇ ਅੱਧੇ ਦਰਜਨ ਦੇ ਆਸ-ਪਾਸ ਮੁੰਡੇ ਫੜੇ ਹੋਏ ਨੇ, ਉਹਨਾਂ ਦਾ ਭਵਿੱਖ ਵੀ ਕੁਝ ਜ਼ਿਆਦਾ ਚੰਗਾ ਨਹੀਂ ਹੈ। ਸੋ ਅੱਜ ਜਦੋਂ ਆਪਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਕਾਰੋਬਾਰੀਆਂ ਨੂੰ ਮਿਲ ਰਹੀਆਂ ਧਮਕੀਆਂ, ਉਹਨਾਂ ਦੇ ਬਿਜ਼ਨੈਸ ਤੇ ਬਾਹਰ ਚੱਲਦੀ ਗੋਲੀਆਂ ਦੀ ਕਰਦੇ ਆਂ, ਉੱਥੇ ਸਮਝਣ ਦੀ ਇਹ ਲੋੜ ਹੈ ਕਿ ਇੱਥੋਂ ਦੀ ਅਥਾਰਟੀਜ਼ ਨੇ ਜਿਹੜੀ ਟਾਸਕ ਫੋਰਸ ਬਣਾਈ ਹੈ, ਇਹਨਾਂ ਨੂੰ ਇਹ ਚੀਜ਼ ਸਮਝ ਆ ਚੁੱਕੀ ਹੈ ਕਿ ਇਹ ਇੱਕ ਆਰਗੇਨਾਈਜ਼ਡ ਸਰਕਟ ਚੱਲਦਾ ਪਿਆ ਹੈ। ਭਾਰਤੀ ਜੇਲ੍ਹਾਂ ਤੋਂ ਲੈ ਕੇ ਪੁਰਤਗਾਲ ਜਾਂ ਫਿਰ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਛੁਪੇ ਹੋਏ ਲੁਕੇ ਹੋਏ ਗੈਂਗਸਟਰ ਇਹਨਾਂ ਮੁੰਡਿਆਂ ਨੂੰ ਵਰਤਦੇ ਨੇ। ਜ਼ਿਆਦਾਤਰ ਜਿਹੜੇ ਮੁੰਡੇ ਵਰਤੇ ਜਾਣ ਵਾਲੇ ਹੈਗੇ ਨੇ ਇੱਥੋਂ ਦੇ ਲੋਕਲ ਹੁੰਦੇ ਨੇ ਤੇ ਬਹੁਤ ਸੇ ਅਜਿਹੇ ਮੁੰਡੇ ਵੀ ਇਹਨਾਂ ਵਿੱਚ ਸ਼ਾਮਲ ਨੇ ਜੋ ਕਿ ਭਾਰਤ ਤੋਂ ਪੜ੍ਹਨ ਲਿਖਣ ਲਈ ਇੱਥੇ ਆਏ, ਸਟੂਡੈਂਟ ਵੀਜ਼ਾ ਦੇ ਉੱਤੇ ਇੱਥੇ ਆਉਂਦੇ ਨੇ, ਲੇਕਿਨ ਇੱਥੋਂ ਦੇ ਸਮਾਜ ਦੀਆਂ, ਇੱਥੋਂ ਦੇ ਅੱਜ ਦੀ ਜੋ ਪਰਿਸਥਿਤੀ, ਅੱਜ ਦੇ ਜੋ ਹਾਲਾਤ ਕੈਨੇਡਾ ਦੇ ਚੱਲਦੇ ਪਏ ਨੇ, ਲਾਈਫ ਦੀ ਜਿਹੜੀ ਅਫੋਰਡੇਬਿਲਿਟੀ ਹੈ ਯਾਨੀ ਕਿ ਲਿਵਿੰਗ ਕਾਸਟ ਉਹ ਵੱਧ ਚੁੱਕੀਆਂ ਨੇ, ਨੌਕਰੀਆਂ ਨਹੀਂ ਹੈਗੀਆਂ ਨੇ। ਤੁਸੀਂ ਕਈ ਕਿਲੋਮੀਟਰ ਦੀਆਂ ਕਤਾਰਾਂ, 4-4 5-5 ਸੁਪਰ ਸਟੋਰ ਦੀਆਂ ਨੌਕਰੀਆਂ ਦੇ ਪਿੱਛੇ ਨੌਜਵਾਨਾਂ, ਪੜ੍ਹੇ ਲਿਖੇ ਨੌਜਵਾਨਾਂ ਦੀਆਂ ਕਤਾਰਾਂ ਵੇਖੀਆਂ ਨੇ। ਇਸ ਤਰੀਕੇ ਦਾ ਇੱਕ ਜਿਹੜਾ ਰੁਝਾਨ ਤੇ ਟ੍ਰੈਂਡ ਇੱਕ ਨਵੀਂ ਪਨੀਰੀ ਤੇ ਇੱਕ ਨਵੀਂ ਬਰੀਡ ਨੂੰ ਵੀ ਜਨਮ ਦੇ ਰਿਹਾ, ਜੋ ਕਿ ਕੁਝ ਹਜ਼ਾਰ ਡਾਲਰਾਂ ਪਿੱਛੇ ਕੁਝ ਵੀ ਕਰਨ ਤੱਕ ਜਾਂਦੇ ਨੇ। ਪੰਜਾਬ ਅਤੇ ਹਰਿਆਣਾ ਦੇ ਕ੍ਰਿਮੀਨਲ ਅਨਸਰਾਂ ਦੀ, ਗੈਂਗਸਟਰਾਂ ਦੀ ਜ਼ਿਆਦਾ ਆਮਦ ਕੈਲੀਫੋਰਨੀਆ ਦੇ ਵਿੱਚ ਹੋਣ ਕਾਰਨ ਉਸ ਦੇ ਗੈਂਗਲੈਂਡ ਬਣਨ ਦੀ ਮੈਂ ਕਹਾਣੀ ਜਿਹੜੀ ਤੁਹਾਡੇ ਸਾਹਮਣੇ ਬਿਆਨ ਕੀਤੀ ਸੀ, ਉਸੇ ਤਰਜ਼ ਦੇ ਉੱਤੇ ਹੁਣ ਕੈਨੇਡਾ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ ਅਜਿਹੇ ਬਹੁਤ ਸੇ ਲੋਕ ਆ ਚੁੱਕੇ ਨੇ। ਤੇ ਜੇ ਖੁਦ ਕ੍ਰਿਮੀਨਲ ਅਨਸਰ ਕੈਨੇਡਾ ਦੀ ਧਰਤੀ ਤੇ ਨਾ ਵੀ ਬੈਠੇ ਹੋਣ ਤਾਂ ਅਮਰੀਕਾ ਤੋਂ, ਕੈਲੀਫੋਰਨੀਆ ਤੋਂ ਬੈਠ ਕੇ ਅਜਿਹੇ ਗੈਂਗਸਟਰਸ ਤੇ ਕ੍ਰਿਮੀਨਲ ਨੂੰ ਸੰਚਾਲਿਤ ਕਰਨਾ, ਜਾਂ ਪੁਰਤਗਾਲ ਤੋਂ ਬੈਠ ਕੇ ਹੈਰੀ ਚੱਠੇ ਵਰਗੇ ਕ੍ਰਿਮੀਨਲ ਨੂੰ ਇਹਨਾਂ ਨੂੰ ਸੰਚਾਲਿਤ ਕਰਨਾ ਕੋਈ ਔਖਾ ਕੰਮ ਨਹੀਂ ਹੈ। ਇਸ ਚੀਜ਼ ਨੂੰ ਇੱਥੋਂ ਦੀ ਅਥਾਰਟੀਜ਼ ਸਮਝਣਾ ਸ਼ੁਰੂ ਹੋ ਚੁੱਕੀਆਂ ਨੇ। ਇਸ ਪ੍ਰੋਬਲਮ ਨੂੰ ਕਲੀਅਰਲੀ ਆਇਡੈਂਟੀਫਾਈ ਕੀਤਾ ਗਿਆ ਹੈ ਭਾਰਤੀ ਗੈਂਗਸਟਰਾਂ ਦੇ ਨਾਲ ਜਾਂ ਭਾਰਤ ਆਧਾਰਿਤ ਗੈਂਗਸ ਦੇ ਨਾਲ। ਸੋ ਤਾਂ ਹੀ ਕਰਕੇ ਇਹ ਹੁਣ ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਬਣੀ ਹੈ, ਜਿਸ ਨੂੰ ਬਣੇ ਨੂੰ ਹੁਣ ਤਕਰੀਬਨ 10 ਦਿਨ ਹੋ ਚੁੱਕੇ ਨੇ, ਉਸਨੇ ਕੰਮ ਵੀ ਕਾਫੀ ਕੀਤਾ ਹੈ। ਇਹ ਗ੍ਰਿਫਤਾਰੀਆਂ ਨਾਲ ਦੇ ਨਾਲ ਕੀਤੀਆਂ ਗਈਆਂ, ਲੇਕਿਨ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਆਪਾਂ ਆਸ ਇਹ ਕਰ ਸਕਦੇ ਹਾਂ ਕਿ ਐਕਸਟੋਰਸ਼ਨ ਟਾਸਕ ਫੋਰਸ ਇਕੱਲੀ ਪੀਲ ਰੀਜਨਲ ਪੁਲਿਸ ਨੇ ਯਾਨੀ ਕਿ ਓਨਟਾਰੀਓ ਦੇ ਵਿੱਚ ਬਣੀ ਹੈ, ਲੇਕਿਨ ਇਸੇ ਤਰਜ਼ ਦੇ ਉੱਤੇ ਇੱਕ ਆਪਸ ਦੇ ਵਿੱਚ ਜੇ ਕੋਆਰਡੀਨੇਸ਼ਨ ਹੋਇਆ ਤਾਂ ਫਿਰ ਛੇਤੀ ਹੀ ਉਹਨਾਂ ਦੀ ਧਰਪਕੜ ਹੋਏਗੀ। ਇੱਕ ਬੜਾ ਵੱਡਾ ਸੁਨੇਹਾ ਵੀ ਹੈ। ਤਨਮਨਜੋਤ ਸਿੰਘ ਗਿੱਲ ਦੀ ਅੱਜ ਤੁਸੀਂ ਸ਼ਕਲ ਦੇਖੋ, ਇਸ ਮੁੰਡੇ ਦੀਆਂ ਹਰਕਤਾਂ ਵੇਖੋ ਤੇ ਇਸ ਦੇ ਨਾਲ ਦੇ ਜਿਹੜੇ ਹੋਰ ਬਹੁਤ ਸੇ ਹੋਰ ਤਨਮਨਜੋਤ ਗਿੱਲ ਵਰਗੇ ਹੈਗੇ ਨੇ। ਇਨਫੈਕਟ ਅੱਜ ਤੋਂ 3 ਮਹੀਨੇ ਪਹਿਲਾਂ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਜਦੋਂ 8 ਪੰਜਾਬੀ ਮੂਲ ਦੇ ਮੁੰਡੇ ਫੜੇ ਜਾਂਦੇ ਨੇ, 21 ਸਾਲ ਦਾ ਰਾਜਨਪ੍ਰੀਤ, 19 ਤੋਂ ਲੈ ਕੇ 26 ਸਾਲ ਦੀ ਉਮਰ ਸੀ ਤੇ 8 ਮੁੰਡੇ ਫੜੇ ਗਏ ਸੀ। ਇਹਨਾਂ ਕੋਲ ਇੱਕ 9mm ਬਰੇਟਾ ਪਿਸਟਲ ਫੜਿਆ ਗਿਆ ਸੀ। ਇਹ ਦੱਸਿਆ ਗਿਆ ਸੀ ਕਿ ਗੈਰ ਕਾਨੂੰਨੀ ਡਰੱਗ ਟ੍ਰੈਫਿਕਿੰਗ ਤੇ ਗੈਂਗ ਐਕਟੀਵਿਟੀਜ਼ ਦੇ ਵਿੱਚ ਇਹ ਲੋਕ ਇਨਵੋਲਵ ਹੋ ਸਕਦੇ ਨੇ। ਇਹ ਘਟਨਾ ਹੋਈ ਸੀ ਜਿੱਥੇ ਇੱਕ ਗੋਲੀਬਾਰੀ ਹੋਈ ਬਰੈਂਪਟਨ ਇਲਾਕੇ ਦੇ ਵਿੱਚ, ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਛਾਪੇਮਾਰੀ ਕੀਤੀ, ਰੇਡਸ ਕੀਤੀਆਂ ਤਾਂ ਉਹਨਾਂ ਨੇ 8 ਪੰਜਾਬੀ ਮੂਲ ਦੇ ਮੁੰਡੇ ਫੜੇ। ਇਹਨਾਂ ਦੇ ਵਿੱਚੋਂ ਰਾਜਨਪ੍ਰੀਤ 21 ਸਾਲ ਦਾ ਸੀ। ਇਸ ਤੋਂ ਇਲਾਵਾ ਏਕਮਜੋਤ ਰੰਧਾਵਾ, ਇੱਕ ਮਨਜਿੰਦਰ ਨਾਂ ਦਾ ਮੁੰਡਾ ਸੀ, ਇੱਕ ਜਗਦੀਪ ਨਾਂ ਦਾ ਮੁੰਡਾ ਸੀ, ਸ਼ਾਇਦ ਇੱਕ ਦਾ ਰਿਪਨਜੋਤ, ਜਪਨਦੀਪ, ਇਸ ਤਰੀਕੇ ਦੇ ਕੁੱਲ ਮਿਲਾ ਕੇ 8 ਮੁੰਡੇ ਫੜੇ ਸਨ। ਉਹ ਪਹਿਲੀ ਇੱਕ ਖਤਰੇ ਦੀ ਘੰਟੀ ਸੀ। ਉਸ ਤੋਂ ਪਹਿਲਾਂ ਵੀ ਘਟਨਾਵਾਂ ਹੁੰਦੀਆਂ ਰਹੀਆਂ ਨੇ। ਓਨਟਾਰੀਓ ਦੇ ਇਲਾਕੇ ਦੇ ਵਿੱਚ ਕਾਰ ਚੋਰੀਆਂ ਨੇ ਬਹੁਤ ਵੱਡੇ ਗੈਂਗ ਜਿਸ ਵਿੱਚ ਪੰਜਾਬੀ ਮੂਲ ਦੇ ਲੋਕ ਇਨਵੋਲਵ ਰਹੇ ਨੇ, ਉਹਨਾਂ ਦੀ ਧਰਪਕੜ ਹੋਈ ਹੈ। ਅਜਿਹੇ ਬਹੁਤ ਵੱਡੇ ਗੈਂਗ ਫੜੇ ਗਏ ਨੇ, ਕਾਰਾਂ ਬਰਾਮਦ ਕੀਤੀਆਂ ਗਈਆਂ ਉਹਨਾਂ ਤੋਂ। ਸੋ ਉਸ ਤੋਂ ਬਾਅਦ ਆ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦਾ ਸਰਕਟ ਸ਼ੁਰੂ ਹੋਇਆ ਹੈ, ਇਹ ਪਹਿਲੀ ਖਤਰੇ ਦੀ ਘੰਟੀ ਸੀ। ਨਵੰਬਰ ਦੇ ਵਿੱਚ ਵੀ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ। ਮਹਿਜ਼ 21 ਸਾਲਾਂ ਦਾ ਇਹ ਰਾਜਨਪ੍ਰੀਤ ਨਾਂ ਦਾ ਮੁੰਡਾ, ਜੋ ਕਿ 9mm ਦੀ ਬਰੇਟਾ ਪਿਸਤੌਲ ਆਪਣੇ ਕੋਲ ਰੱਖਿਆ ਹੋਇਆ ਸੀ। ਇਹ ਕਿਸ ਲਈ ਪਿਸਤੌਲ ਆਪਣੇ ਕੋਲ ਰੱਖੀ ਬੈਠਾ ਸੀ? ਇਸ ਲਈ ਇਸ ਪਿਸਤੌਲ ਦੇ ਨਾਲ ਕਰਨਾ ਕੀ ਸੀ? ਇਹ ਹਾਈ ਕੈਲੀਬਰ ਪ੍ਰੋਹਿਬਿਟਡ ਬੋਰ ਦਾ ਬਰੇਟਾ ਪਿਸਟਲ ਹੁੰਦਾ, ਜੋ ਕਿ ਕਾਮਨ ਅਵੇਲੇਬਲ ਨਹੀਂ ਹੁੰਦਾ, ਚਾਹੇ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ। ਐਡਾ ਸਾਧਾਰਨ ਨਹੀਂ ਹੈ ਬਰੇਟਾ ਪਿਸਟਲ ਹਾਸਲ ਕਰਨਾ। ਲੇਕਿਨ ਇਹ ਲੋਕ ਜੋ ਕਿ ਇੱਕ ਮਾਮੂਲੀ ਜਿਹਾ ਇਹਨਾਂ ਦਾ ਝਗੜਾ ਕਿਸੇ ਗੁਆਂਢੀ ਦੇ ਨਾਲ ਸ਼ਾਇਦ ਹੋਇਆ, ਜਿਸ ਤੋਂ ਬਾਅਦ ਕਿ ਇਹਨਾਂ ਨੇ ਉੱਥੇ ਗੋਲੀ ਚਲਾਤੀ। ਪੁਲਿਸ ਨੇ ਜਦੋਂ ਫਿਰ ਦਬਿਸ਼ ਕੀਤੀ, ਉਹਨਾਂ ਨੇ ਬਰੇਟਾ ਪਿਸਟਲ ਵੀ ਫੜ ਲਿਆ ਤੇ ਇਹ ਰਾਜਨਪ੍ਰੀਤ ਜਿਹੜਾ ਸੀ, ਇਸ ਦੇ ਨਾਲ 8 ਹੋਰ ਪੰਜਾਬੀ ਮੂਲ ਦੇ ਇਸ ਦੇ ਨਾਲ ਦੇ ਮੁੰਡੇ ਫੜ ਲਏ। ਤੇ ਬਹੁਤ ਸੇ ਅਜਿਹੇ ਮੁੰਡੇ ਜੋ ਕਿ ਤਿਆਰ ਬੈਠੇ ਨੇ, 500, 1000, 2000 ਡਾਲਰ ਕਹਿੰਦੇ ਨੇ ਕਿ ਸਾਡੇ ਘਰਾਂ ਦੇ ਵਿੱਚ ਬੇਸ਼ੱਕ ਪੰਜਾਬ ਦੇ ਵਿੱਚ ਤੁਸੀਂ ਡਿਲੀਵਰੀ ਕਰ ਦਿਓ, 1.5 ਲੱਖ 2 ਲੱਖ ਰੁਪਇਆ ਉੱਥੇ ਦੇ ਦਿਓ ਤੇ ਸਾਡੇ ਤੋਂ ਇੱਥੇ ਕੋਈ ਵੀ ਤੁਸੀਂ ਕੰਮ ਲੈ ਲਓ। ਇਸ ਤਰੀਕੇ ਦੇ ਨੌਜਵਾਨਾਂ ਦੀ ਵੀ ਕੋਈ ਕਮੀ ਨਹੀਂ, ਜੋ ਕਿ ਇੱਥੋਂ ਦੀ ਸੋਸਾਇਟੀ ਲਈ, ਇੱਥੋਂ ਦੀ ਕਮਿਊਨਿਟੀ ਲਈ ਇੱਕ ਬਹੁਤ ਵੱਡਾ ਚੈਲੰਜ ਆਉਣ ਵਾਲੇ ਦਿਨਾਂ ਵਿੱਚ ਬਣਨਾ ਹੈ। ਠੀਕ ਉਹੀ ਕਾਰਨ ਜਿਸ ਕਾਰਨ ਪੰਜਾਬ ਨੂੰ ਛੱਡਣ ਲਈ ਬਹੁਤ ਸੇ ਨੌਜਵਾਨ ਮਜਬੂਰ ਨੇ, ਬਹੁਤ ਸੇ ਲੋਕ, ਬਹੁਤ ਸੇ ਕਾਰੋਬਾਰੀ ਵਪਾਰੀ ਪੰਜਾਬ ਛੱਡ ਕੇ ਜਾ ਰਹੇ ਨੇ। ਆਰਗੇਨਾਈਜ਼ਡ ਕ੍ਰਾਈਮ, ਬੇਰੋਜ਼ਗਾਰੀ, ਨਸ਼ੇ ਦੀ ਗਰਦ ਦੇ ਵਿੱਚ ਨੌਜਵਾਨ ਖੁਬੇ ਹੋਏ ਹੈਗੇ ਨੇ।
ਕੰਮ ਕਰਨ ਧੰਦੇ ਕੁਝ ਹੈ ਨਹੀਂ, ਕ੍ਰਿਮੀਨਲਸ ਬਣੇ ਹੋਏ ਨੇ, ਉਗਾਹੀਆਂ ਰੰਗਦਾਰੀਆਂ ਦੀ ਵਸੂਲੀਆਂ ਕੀਤੀਆਂ ਜਾਂਦੀਆਂ, ਉੱਥੋਂ ਦੇ ਜਿਵੇਂ ਬਿਜ਼ਨਸਮੈਨ ਨੂੰ ਖਰਾਬ ਕੀਤਾ ਜਾ ਰਿਹਾ, ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਹ ਸੇਮ ਟ੍ਰੈਂਡ ਪਿਛਲੇ 1.5-2 ਮਹੀਨੇ ਦੇ ਵਿੱਚ ਕੋਸਟ ਟੂ ਕੋਸਟ ਕੈਨੇਡਾ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਪਹੁੰਚ ਚੁੱਕਾ ਜਿੱਥੇ ਪੰਜਾਬੀਆਂ ਦੀ ਵਸੋਂ ਜ਼ਿਆਦਾ ਹੈ, ਯਾਨੀ ਕਿ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ। ਸੋ ਇੱਥੋਂ ਟਾਸਕ ਫੋਰਸਾਂ ਤਾਂ ਜ਼ਰੂਰ ਬਣਨਗੀਆਂ, ਲੇਕਿਨ ਟਾਸਕ ਫੋਰਸਾਂ ਤਾਂ ਸਿਰਫ ਕ੍ਰਿਮੀਨਲਸ ਨੂੰ ਫੜ ਸਕਦੀਆਂ ਨੇ। ਇਹਨਾਂ ਸ਼ੂਟਰਾਂ ਨੂੰ ਕੁਝ ਮਿੰਟਾਂ, ਘੰਟਿਆਂ ਜਾਂ ਦਿਨਾਂ ਦੇ ਵਿੱਚ ਕਾਬੂ ਕਰ ਲਿਆ ਜਾਏਗਾ। ਇਹ ਲੋਕ ਇਸ ਚੀਜ਼ ਨੂੰ ਲੈ ਕੇ ਸੁਚੇਤ ਰਹਿਣ, ਇਹ ਕਿਸੇ ਗਲਤਫਹਿਮੀ ਦੇ ਵਿੱਚ ਨਾ ਰਹਿਣ ਕਿ ਜ਼ਿਆਦਾ ਲੰਮੇ ਸਮੇਂ ਤੱਕ ਇਹ ਇਨਫੋਰਸਮੈਂਟ ਏਜੰਸੀ ਤੋਂ ਬਚ ਲੈਣਗੇ। ਜੋ ਹਾਲ ਤਨਮਨਜੋਤ ਗਿੱਲ ਦਾ ਤੇ ਉਹ ਜਿਹੜਾ ਮੁੰਡਾ ਜਿਹਦੀ ਤਸਵੀਰ ਜਾਰੀ ਕੀਤੀ ਗਈ ਅਜੇ ਤੱਕ ਫੜਿਆ ਨਹੀਂ ਗਿਆ, ਜੋ ਹਾਲ ਉਹਨਾਂ ਦਾ ਹੋਇਆ ਹੈ, ਉਹ 5 ਮੁੰਡੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਤੇ ਅਜੇ ਹੋਰ ਬਹੁਤ ਸੀ ਗ੍ਰਿਫਤਾਰੀਆਂ ਟਾਸਕ ਫੋਰਸ ਨੇ ਕਰਨੀਆਂ ਨੇ। ਉਹ ਹਾਲ ਜੋ ਕਿ ਤਨਮਨਜੋਤ ਗਿੱਲ ਦਾ ਹੋਇਆ, ਉਸ ਦੇ ਨਾਲ ਜਿਹੜਾ ਹਜੇ ਮੁੰਡਾ ਫੜਿਆ ਨਹੀਂ ਗਿਆ, ਉਸ ਦੇ ਨਾਲ ਜੋ ਹੋਣਾ ਹੈ, 5 ਮੁੰਡੇ ਜਿਹੜੇ ਹੋਰ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਨਾਲ ਹੋਇਆ ਤੇ ਹਜੇ ਹੋਰ ਦਰਜਨਾਂ ਸੈਂਕੜਾਂ ਗ੍ਰਿਫਤਾਰੀਆਂ ਟਾਸਕ ਫੋਰਸ ਨੇ ਕਰਨੀਆਂ ਨੇ। ਇਹ ਲੋਕ ਜ਼ਿਆਦਾ ਲੰਬੇ ਸਮੇਂ ਤੱਕ ਲਾਅ ਇਨਫੋਰਸਮੈਂਟ ਏਜੰਸੀਆਂ ਤੋਂ ਬਚ ਨਹੀਂ ਪਾਣਗੇ ਠੀਕ ਉਸੇ ਤਰੀਕੇ ਦੇ ਨਾਲ, ਲੇਕਿਨ ਇਹ ਲੋਕ ਗੁਰਗੇ ਹੈਗੇ ਨੇ। ਇਹਨਾਂ ਦੇ ਜਿਹੜੇ ਸਰਗਨਾ ਬੈਠੇ ਨੇ, ਲਾਰੈਂਸ ਬਿਸ਼ਨੋਈ ਵਰਗੇ, ਹੈਰੀ ਚੱਠੇ ਵਰਗੇ ਜਾਂ ਹੋਰ ਕ੍ਰਿਮੀਨਲ ਗੈਂਗਸਟਰ, ਅਸਲ ਦੇ ਵਿੱਚ ਉਹ ਕ੍ਰਿਮੀਨਲ ਹੈਗੇ ਨੇ ਜਿਨ੍ਹਾਂ ਨੂੰ ਕਾਬੂ ਕਰਨ ਦੀ ਜ਼ਿਆਦਾ ਲੋੜ ਹੈ। ਸੋ ਅਜਿਹੇ ਬੇਰੁਜ਼ਗਾਰ ਨੌਜਵਾਨ ਕਹਿ ਲਈਏ ਜਾਂ ਅਜਿਹੇ ਉਹ ਟੁੱਟੇ ਹੋਏ ਨੌਜਵਾਨ ਜੋ ਕਿ ਆਪਣੇ ਖਰਾਬ ਅਰਥਚਾਰੇ ਦੇ ਨਾਲ ਇਸ ਵਕਤ ਦੋ ਚਾਰ ਹੋ ਰਹੇ ਹੈਗੇ ਨੇ, ਜਿਨ੍ਹਾਂ ਦੇ ਆਰਥਿਕ ਹਾਲਾਤ ਕੈਨੇਡਾ ਦੇ ਵਿੱਚ ਆ ਕੇ ਅਜਿਹੇ ਨਹੀਂ ਨੇ, ਸਟੂਡੈਂਟ ਵੀਜ਼ਾ ਦੇ ਨਾਂ ਦੇ ਉੱਤੇ ਇੱਥੇ ਪੜ੍ਹਨ ਤੋਂ ਜ਼ਰੂਰ ਆ ਗਏ ਨੇ, ਲੇਕਿਨ ਇੱਥੇ ਨਾ ਤਾਂ ਉਹਨਾਂ ਕੋਲ ਆਪਣਾ ਗੁਜ਼ਾਰਾ ਚਲਾਉਣ ਲਾਇਕ ਪੈਸੇ ਨੇ ਤੇ ਵਾਪਸ ਘਰਾਂ ਤੋਂ ਵੀ ਪ੍ਰੈਸ਼ਰ ਹੈ ਕਿ ਉੱਥੇ ਹੁਣ ਵਾਪਸ ਪੈਸੇ ਭੇਜਣੇ ਸ਼ੁਰੂ ਕਰੋ। ਸੋ ਉਹਨਾਂ ਲੋਕਾਂ ਲਈ ਇਹਨਾਂ ਅਨਸਰਾਂ ਦੇ, ਇਹਨਾਂ ਕ੍ਰਿਮੀਨਲਸ ਦੇ, ਇਹਨਾਂ ਆਰਗੇਨਾਈਜ਼ਡ ਗੈਂਗਸ ਦੇ ਹੱਥੇ ਚੜ੍ਹਨਾ ਕੋਈ ਵੱਡੀ ਗੱਲ ਨਹੀਂ ਹੈ। ਇਹ ਲੋਕ ਚੜ੍ਹ ਰਹੇ ਨੇ ਤੇ ਇਹੀ ਕਾਰਨ ਹੈ ਕਿ ਕੈਨੇਡਾ ਦੀ ਸੋਸਾਇਟੀ ਦੇ ਵਿੱਚ ਵੀ ਉਹੀ ਸਮੱਸਿਆਵਾਂ ਪੈ ਚੁੱਕੀਆਂ ਨੇ, ਦਿਖਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇਸ ਐਕਸਟੋਰਸ਼ਨ ਟਾਸਕ ਫੋਰਸ ਤੋਂ ਆਉਂਦੇ ਹਫ਼ਤਿਆਂ ਤੇ ਮਹੀਨਿਆਂ ਦੌਰਾਨ ਆਸ ਇਹ ਕੀਤੀ ਜਾ ਸਕਦੀ ਹੈ ਤੇ ਮੈਨੂੰ ਉਸ ਚੀਜ਼ ਦੀ ਪੂਰੀ ਉਮੀਦ ਹੈ ਕਿ ਦਰਜਨਾਂ ਦੀ ਗਿਣਤੀ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ। ਲੋਕਾਂ ਦੇ ਘਰਾਂ, ਉਹਨਾਂ ਦੇ ਬੂਹਿਆਂ ਦੇ ਬਾਹਰ ਜਾਂ ਉਹਨਾਂ ਦੇ ਬਿਜ਼ਨਸ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਇਹ ਸ਼ਰਾਰਤੀ ਅਨਸਰ ਕਾਬੂ ਕੀਤੇ ਜਾਣਗੇ। ਲੇਕਿਨ ਇੱਕ ਵੱਡਾ ਸਰਕਟ ਹੈ ਜਿਸ ਨੂੰ ਆਪਰੇਟ ਕਰਨ ਵਾਲੇ ਲੋਕ ਕੈਨੇਡਾ ਦੇ ਵਿੱਚ ਜਾਂ ਸ਼ਾਇਦ ਅਮਰੀਕਾ ਦੇ ਵਿੱਚ ਵੀ ਨਾ ਬੈਠੇ ਹੋਣ, ਭਾਰਤੀ ਜੇਲ੍ਹਾਂ ਤੋਂ ਬੈਠ ਕੇ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ ਬੈਠ ਕੇ ਇਹਨਾਂ ਲੋਕਾਂ ਵੱਲੋਂ ਇਹ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਦੇ ਰਿੰਗਸ ਹੈਗੇ ਨੇ ਉਹਨਾਂ ਨੂੰ ਚਲਾਇਆ ਜਾ ਰਿਹਾ ਹੈ। ਅਜਿਹੇ ਬਹੁਤ ਸੇ ਫੁੱਟ ਸੋਲਜਰ ਇਹਨਾਂ ਕੋਲ ਹੈਗੇ ਨੇ, ਨਾ ਸਿਰਫ ਇਹਨਾਂ ਹਿਟਮੈਨ ਦੀ ਸ਼ਕਲ ਦੇ ਵਿੱਚ, ਇਹਨਾਂ ਸ਼ੂਟਰ ਦੀ ਸ਼ਕਲ ਦੇ ਵਿੱਚ, ਬਲਕਿ ਉਹ ਕ੍ਰਿਮੀਨਲ ਅਨਸਰ ਜੋ ਕਿ ਫੇਕ ਪਛਾਣਾਂ ਦੇ ਉੱਤੇ ਆਏ ਬੈਠੇ ਨੇ ਉਹਨਾਂ ਲੋਕਾਂ ਵੱਲੋਂ, ਜੋ ਕਿ ਬੇਸਿਕਲੀ ਕ੍ਰਿਮੀਨਲ ਪ੍ਰਵਿਰਤੀ ਦੇ, ਯਾਨੀ ਜਿਹਨੂੰ ਆਪਾਂ ਕਹਿ ਸਕਦੇ ਕਿ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਲੋਕ ਹੈਗੇ ਨੇ। ਇਹਨਾਂ ਸਾਰੇ ਕ੍ਰਿਮੀਨਲਸ ਤੇ ਅਪਰਾਧੀਆਂ ਨੇ ਇੱਥੋਂ ਦੇ ਸਮਾਜ ਤੇ ਇੱਥੋਂ ਦੇ ਸਿਸਟਮ ਦੇ ਵਿੱਚ ਵੀ ਉਹੀ ਖਰਾਬੀ ਕਰਨੀ ਹੈ, ਉਹੀ ਗੰਦ ਪਾਣਾ ਹੈ, ਆਪਣਾ ਉਹੀ ਸੜਿਆ ਗਲਿਆ ਜਿਹੜਾ ਇੱਕ ਕ੍ਰਿਮੀਨਲ ਫਾਰਮੈਟ ਹੈ ਉਸ ਨੂੰ ਕੈਨੇਡੀਅਨ ਸੋਸਾਇਟੀ ਦੇ ਵਿੱਚ ਲਿਆ ਕੇ ਜਾਂ ਫਿਰ ਅਮਰੀਕਨ ਸੋਸਾਇਟੀ ਦੇ ਵਿੱਚ ਲਿਆ ਕੇ ਇੱਥੇ ਕਮਿਊਨਿਟੀਜ਼ ਲਈ, ਖਾਸ ਕਰਕੇ ਪੰਜਾਬੀ ਕਮਿਊਨਿਟੀਜ਼ ਤੇ ਮੱਥੇ ਉੱਤੇ ਤੌਹਮਤ ਇਹਨਾਂ ਨੇ ਲਗਾਣੀ ਹੈ। ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੈ। ਇਹੀ ਕੰਮ ਭਾਰਤ ਦੇ ਵਿੱਚ, ਭਾਰਤ ਦੇ ਰਾਜਾਂ ਦੇ ਵਿੱਚ ਕਰਦੇ ਆਏ ਨੇ, ਕਰਕੇ ਬੈਠਦੇ ਆਏ ਨੇ। ਇੱਥੇ ਹੁਣ ਕਹਿ ਸਕਦੇ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਕਿਉਂਕਿ ਇੱਥੋਂ ਦੇ ਕਾਰੋਬਾਰੀ ਤੇ ਜਿਹੜੇ ਵਪਾਰੀ ਨੇ ਉਹਨਾਂ ਦੀ ਸਮਰੱਥਾ ਵੀ ਜ਼ਿਆਦਾ ਹੈ ਤੇ ਇਹਨਾਂ ਦੀ ਉਮੀਦ ਤੇ ਆਸ ਤਾਂ ਇਹ ਹੈ ਕਿ ਐਕਸਟੋਰਸ਼ਨ ਦੀ ਵਸੂਲੀ ਵੀ ਇੱਥੋਂ ਸੁਖਾਲੇ ਤਰੀਕੇ ਦੇ ਨਾਲ ਹੋ ਪਾਏਗੀ ਤੇ ਸ਼ਾਇਦ ਹੋ ਵੀ ਰਹੀ ਹੋਏਗੀ। ਤਾਂ ਹੀ ਕਰਕੇ ਅਚਾਨਕ ਦਸੰਬਰ ਦੇ ਵਿੱਚ ਇਹ ਪੂਰਾ ਦਾ ਪੂਰਾ ਟ੍ਰੈਂਡ, ਫਿਨੋਮੀਨਨ ਜਿਹੜਾ ਹੈ ਉਸ ਦੇ ਵਿੱਚ ਇੱਕ ਸਪਾਈਕ ਵੇਖਿਆ ਗਿਆ। ਸੋ ਜਨਵਰੀ ਔਨਵਰਡ 2024 ਕੁਝ ਮਹੀਨੇ ਬੜੇ ਕ੍ਰਿਟੀਕਲ ਨੇ। ਇਸ ਚੀਜ਼ ਦੀ ਆਸ ਤੇ ਉਮੀਦ ਮੈਂ ਜ਼ਰੂਰ ਕਰਦਾ ਹਾਂ ਕਿ 2024 ਦੇ ਵਿੱਚ ਇਹਨਾਂ ਆਰਗੇਨਾਈਜ਼ਡ ਗਤੀਵਿਧੀਆਂ ਦੇ ਉੱਤੇ ਕੁਝ ਠੱਲ ਜ਼ਰੂਰ ਪਏ। ਸ਼ੁਰੂਆਤ ਹੈ ਦ ਅਥਾਰਟੀਜ਼ ਐਂਡ ਦ ਐਕਸਟੋਰਸ਼ਨ ਟਾਸਕ ਫੋਰਸ ਜਾਂ ਜਿਹੜੀਆਂ ਇੱਥੋਂ ਦੀ ਸਥਾਨਕ ਪੁਲਿਸ ਮਹਿਕਮੇ ਜੋ ਕਿ ਜ਼ਿਆਦਾਤਰ ਮਿਊਨਿਸਿਪਲ ਫੋਰਸ ਜਾਂ RCMP ਰਿਹਾ ਕਰਦੀ ਹੈ, ਉਹ ਅਜੇ ਵਾਰਮ ਅਪ ਹੋ ਰਹੇ ਨੇ। ਕਾਫੀ ਹੱਦ ਤੱਕ ਉਹ ਇਹਨਾਂ ਪੈਂਤੜਿਆਂ ਨੂੰ, ਇਹਨਾਂ ਮੋਡਸ ਆਪਰੈਂਡੀ ਢੰਗ ਤਰੀਕਿਆਂ ਨੂੰ ਸਮਝ ਚੁੱਕੇ ਨੇ। ਹੁਣ ਆਉਣ ਵਾਲਾ ਸਮਾਂ ਕ੍ਰੈਕਡਾਊਨ ਦਾ ਹੈ ਐਂਡ ਵੀ ਹੋਪ ਇਟ ਹੈਪਨਸ ਸੂਨਰ ਦੈਨ ਲੇਟਰ। ਇਸੇ ਉਮੀਦ ਤੇ ਇਸੇ ਆਸ ਤੇ ਨੋਟ ਦੇ ਉੱਤੇ ਮੈਂ ਇਸ ਰਿਪੋਰਟ ਨੂੰ ਦਾਂਗਾ ਵਿਰਾਮ। ਇੱਕ ਹੋਰ ਰਿਪੋਰਟ ਲੈ ਕੇ ਛੇਤੀ ਹੁੰਦੀ ਹੈ ਮੁਲਾਕਾਤ।